लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। गुरु जी का खालसा वाहिगुरु जी की फतेह। अंग है 414। ਹੁਣ तक 5 अष्टपदियां गुरु नानक पातशाह दियां आसा राग विच संपूर्ण होईयां। आसा महला पहला। गुरमुख ज्ञान ध्यान मन माना, गुरमुख महली महल पछाना। आसा महला पहला। गुरमुख ज्ञान ध्यान मन मानो, गुरमुख महली महल पसानो, गुरमुख सुरत शब्द निशान, ऐसे प्रेम भगत बिचारी, गुरमुख साचा नाम मुरारी। रहाओ। आसा महला पहला। गुरमुख ज्ञान ध्यान मन माना, गुरमुख महली महल पछाना। गुरु नानक पातशाह फिर मार्ग ने ਇਹਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕੇ ਉੱਪਰਲਾ ਸ਼ਬਦ ਦਾ ਸ਼ੁਰੂ ਕੀਤਾ ਤੇ ਨਾਲ ਹੌਲੀ ਹੌਲੀ ਦੱਸਦੇ ਜਾਂਦੇ ਨੇ ਕਿ ਭਾਈ ਗੁਰੂ ਵਾਲਾ ਬਣ ਕੇ, ਗੁਰਮੁਖ ਬਣ ਕੇ, ਗੁਰੂ ਦਾ ਅਨੁਸਾਰੀ ਹੋ ਕੇ, ਗੁਰੂ ਦੇ ਮੁਖੋਂ ਜੋ ਉਚਾਰਨ ਹੋਇਆ ਉਹਨੂੰ ਸੱਚ ਸੱਚ ਕਰਕੇ ਮੰਨ ਕੇ ਉਹਨੂੰ ਕਹਿੰਦੇ ਨੇ ਗੁਰਮੁਖ ਬਣਨਾ। ਕਹਿੰਦੇ ਗੁਰਮੁਖ ਗਿਆਨ ਧਿਆਨ ਮਨ ਮਾਨ। ਗੁਰੂ ਵਾਲਾ ਬਣ ਕੇ, ਗੁਰੂ ਦਾ ਅਨੁਸਾਰੀ ਹੋ ਕੇ ਗਿਆਨ ਦੀ ਗੱਲ ਸਮਝ ਆਉਂਦੀ, ਧਿਆਨ ਜੁੜਦਾ ਹੈ। ਨਹੀਂ ਤੇ ਅਸੀਂ ਗਿਆਨ ਤੇ ਧਿਆਨ ਨੂੰ ਕੀ ਸਮਝਿਆ ਕਿ ਪੜ੍ਹ ਲਿਆ, ਨੌਲੇਜ ਆ ਗਈ, ਧਿਆਨ ਲੱਗ ਗਿਆ, ਇੱਕ ਜਗ੍ਹਾ ਤੇ ਟਿਕਾ ਲਿਆ। ਇਹ ਨਹੀਂ ਹੈ। ਧਿਆਨ ਹੈ ਕਿ ਸਿਮਰਨ ਕਰਦਿਆਂ ਹੋਇਆਂ ਧਿਆਨ ਸਾਡਾ ਕਿਤੇ ਹੋਰ ਘੁੰਮਦਾ ਹੈ, ਉਹ ਨਹੀਂ। ਧਿਆਨ ਸ਼ਬਦ ਵਿੱਚ ਹੈ। ਕੰਮ ਕਰਦਿਆਂ ਹੋਇਆਂ ਵੀ ਧਿਆਨ ਗੁਰੂ ਵੱਲ ਹੈ, ਉਹਨੂੰ ਧਿਆਨ ਕਹਿੰਦੇ ਨੇ। ਇਹ ਕਹਿੰਦੇ ਗੁਰੂ ਵਾਲਾ ਬਣ ਕੇ ਹੀ, ਗੁਰੂ ਦਾ ਅਨੁਸਾਰੀ ਹੋ ਕੇ ਹੀ, ਗੁਰਮੁਖ ਬਣ ਕੇ ਹੀ ਇਹ ਚੀਜ਼ ਨੂੰ ਮੰਨਿਆ ਜਾ ਸਕਦਾ ਹੈ। ਗੁਰਮੁਖ ਗਿਆਨ ਧਿਆਨ ਮਨ ਮਾਨ, ਮਨ ਦੁਆਰਾ ਮੰਨਿਆ ਗਿਆ। ਗੁਰਮੁਖ ਮਹਿਲੀ ਮਹਿਲ ਪਛਾਣਾ। ਤੇ ਗੁਰਮੁਖ ਬਣ ਕੇ ਹੀ ਜਿਹੜਾ ਮਹਿਲ ਹੈ, ਨਿੱਜ ਘਰ ਹੈ, ਚੌਥਾ ਪਦ ਹੈ ਅੰਦਰ ਸਾਡੇ, ਇਹਨੂੰ ਪਛਾਣਿਆ ਜਾਂਦਾ ਹੈ ਕਿ ਮਨ ਕਿੱਥੇ ਟਿਕਦਾ ਜਾ ਕੇ, ਮਨ ਦਾ ਸਥਾਨ ਕੀ ਹੈ, ਉਹ ਪ੍ਰਮਾਤਮਾ ਸਾਡੇ ਅੰਦਰ ਕਿਵੇਂ ਵਸਿਆ ਹੋਇਆ ਹੈ, ਉਹਦਾ ਸਥਾਨ ਕਿੱਥੇ ਹੈ। ਉਦੋਂ ਇਹ ਮੰਨ ਗਿਆ, ਮਨ ਮੰਨਿਆ ਤਾਂ ਹਟ ਜਾਂਦੇ ਆ। ਗੁਰਮੁਖ ਸੁਰਤ ਸ਼ਬਦ ਨਿਸ਼ਾਨ। ਤੇ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਗੁਰਮੁਖ ਬਣ ਕੇ ਹੀ ਸੁਰਤ ਤੇ ਸ਼ਬਦ ਦਾ ਪਤਾ ਲੱਗਦਾ ਹੈ, ਪਹਿਚਾਨ ਹੁੰਦੀ ਹੈ ਕਿ ਸਾਡੀ ਸੁਰਤ ਸ਼ਬਦ ਵਿੱਚ ਕਿਵੇਂ ਟਿਕਦੀ ਹੈ। ਨਿਸ਼ਾਨ ਹੈ ਪ੍ਰਵਾਨਗੀ, ਉਸ ਮਾਲਕ ਦੇ ਦਰ ਤੇ ਕਬੂਲ ਹੋ ਜਾਣਾ। ਜਦੋਂ ਅਸੀਂ ਉਹਦੇ ਨਾਲ ਜੁੜ ਕੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਦੇ ਹਾਂ ਤੇ ਸਾਡੇ ਅੰਦਰੋਂ ਉਹ ਨਾਮ ਜਿਹੜਾ ਪ੍ਰਗਟ ਹੁੰਦਾ ਹੈ, ਨਿਸ਼ਾਨ ਪ੍ਰਵਾਨਗੀ ਹੁੰਦੀ, ਪ੍ਰਗਟ ਹੋ ਜਾਣਾ ਹਿਰਦੇ ਤੋਂ ਅੰਦਰੋਂ। ਜਦੋਂ ਅਸੀਂ ਨਾਮ ਨਾਲ ਜੁੜ ਕੇ ਸ਼ਬਦ ਵਿੱਚ ਸਾਡੀ ਸੁਰਤ ਜੁੜ ਗਈ ਤਾਂ ਫਿਰ ਉਦੋਂ ਉਸ ਪ੍ਰਮਾਤਮਾ ਦੇ ਗੁਣ ਇਸ ਹਿਰਦੇ ਚੋਂ, ਇਸ ਮਨ ਚੋਂ ਪ੍ਰਗਟ ਹੋਣੇ ਸ਼ੁਰੂ ਹੁੰਦੇ ਨੇ। ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਾਚਾ ਨਾਮ ਮੁਰਾਰੀ। ਕਹਿੰਦੇ ਇਸ ਤਰ੍ਹਾਂ, ਐਸੇ ਜਿਹੜੀ ਸ਼ਬਦ ਵਰਤਦੇ ਮਨ, ਇਸ ਤਰ੍ਹਾਂ ਭਾਈ ਪ੍ਰੇਮਾ ਭਗਤੀ ਨੂੰ ਇੰਜ ਵਿਚਾਰਿਆ ਜਾਂਦਾ ਸ਼ਬਦ ਤੇ ਸੁਰਤ ਨਾਲ। ਐਸੇ ਪ੍ਰੇਮ ਭਗਤ ਵਿਚਾਰੀ, ਗੁਰਮੁਖ ਸਾਚਾ ਨਾਮ ਮੁਰਾਰੀ। ਕਿਉਂਕਿ ਉਸ ਦੇ ਕੋਲ, ਗੁਰਮੁਖ ਦੇ ਕੋਲ
ਉਹ ਸੱਚੇ ਦਾ ਨਾਮ ਜਿਹੜਾ ਕਿ ਮੁਰਾਰ ਰਾਖਸ਼ਾਂ ਨੂੰ ਮਾਰਨ ਵਾਲਾ, ਸਾਡੇ ਅੰਦਰ ਜਿਹੜੀ ਰਾਖਸ਼ ਬਿਰਤੀਆਂ ਨੇ, ਭੈੜੀਆਂ ਬਿਰਤੀਆਂ ਨੇ, ਉਹਨਾਂ ਨੂੰ ਮਾਰਨ ਵਾਲਾ ਉਹਨਾਂ ਕੋਲ ਨਾਮ ਹੁੰਦਾ ਹੈ। ਤੇ ਇਸ ਕਰਕੇ ਉਹ ਇਹਨੂੰ ਕਾਬੂ ਕਰ ਲੈਂਦੇ ਨੇ, ਇਸ ਮਨ ਨੂੰ, ਤੇ ਮਨ ਨੂੰ ਕਾਬੂ ਕਰਕੇ ਪ੍ਰੇਮਾ ਭਗਤੀ ਵਿੱਚ ਆ ਕੇ ਪ੍ਰੇਮਾ ਭਗਤੀ ਨਾਲ ਹੀ ਉਸ ਪਰਮਾਤਮਾ ਨਾਲ ਜਾ ਜੁੜਦੇ ਨੇ। ਹਾਂਜੀ। ਅਹਨਿਸ ਨਿਰਮਲ ਥਾਨ ਸੁਥਾਨ, ਤੀਨ ਭਵਨ ਨਹਿ ਕੇਵਲ ਗਿਆਨ, ਸਾਚੇ ਗੁਰ ਤੇ ਹੁਕਮ ਪਛਾਣ, ਅਹਨਿਸ ਹਮੇਸ਼ਾ, ਹਰ ਰੋਜ਼, ਜਿਹਨੂੰ ਕਹਿੰਦੇ ਦਿਨ ਰਾਤ ਲਗਾਤਾਰ। ਅਹਨਿਸ ਨਿਰਮਲ ਥਾਨ ਸੁਥਾਨ, ਤੀਨ ਭਵਨ ਨੇ ਕੇਵਲ ਗਿਆਨ। ਕਹਿੰਦੇ ਉਹ ਦਿਨ ਰਾਤ ਮਨ ਜਿਹੜਾ ਗਿਰਦਾ ਨਹੀਂ, ਪਵਿੱਤਰਤਾ ਵਿੱਚ ਰਹਿੰਦਾ ਹੈ, ਨਿਰਮਲ, ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਉਹ ਅਵਸਥਾ 'ਚ। ਥਾਨ ਸੁਥਾਨ, ਉਹ ਥਾਨ ਸੁਥਾਨ, ਚੰਗੇ ਥਾਨ, ਕਿਹੜਾ ਥਾਨ ਹੈ ਜਿਹੜਾ ਜਿੱਥੇ ਮਨ ਟਿਕਦਾ ਸਾਡਾ, ਸ਼ਬਦ ਸੁਰਤ ਨਾਲ ਜਦੋਂ ਮਨ ਜੁੜਦਾ ਹੈ ਬਾਣੀ ਨਾਲ, ਉਹ ਥਾਂ ਤੇ ਜਾ ਜੁੜਦਾ ਹੈ, ਜਿਹਨੂੰ ਅਸੀਂ ਨਿਜ ਕਰ ਕਹਿੰਦੇ ਆ, ਚੌਥਾ ਪਦ ਕਹਿੰਦੇ ਆ। ਤੀਨ ਭਵਨ ਨਹਿ ਕੇਵਲ ਗਿਆਨ, ਕਹਿੰਦੇ ਤਿੰਨਾਂ ਭਵਨਾਂ ਵਿੱਚ ਨਹੀਂ ਕੇਵਲ ਪਵਿੱਤਰ ਗਿਆਨ ਹੀ ਗਿਆਨ ਉਹਦੇ ਅੰਦਰ ਗੂੰਜਦਾ ਹੈ, ਜਿਹਨੂੰ ਜਪਜੀ ਸਾਹਿਬ ਜਦੋਂ ਪੜ੍ਹਦੇ ਆ ਖੰਡਾਂ ਨੂੰ, ਕਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਉਹ ਅਵਸਥਾ 'ਚ ਉਸ ਆਨੰਦ ਨੂੰ ਮਾਣਦਾ ਹੈ। ਸਾਚੇ ਗੁਰ ਤੇ ਹੁਕਮ ਪਛਾਣਾ, ਤੇ ਸੱਚੇ ਗੁਰੂ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ ਉਹ ਉਹਦੇ ਹੁਕਮ ਨੂੰ ਪਛਾਣ ਲੈਂਦਾ ਹੈ ਕਿ ਹੁਕਮ ਕੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਈ। ਉਹਨੇ ਆਪਣੀ ਹਉਮੈ ਨੂੰ ਮਾਰ ਲਿਆ, ਹੁਣ ਉਹ ਗੁਰੂ ਦੇ ਉਸ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਾ, ਉਹਨੇ ਉਹਨੂੰ ਪਛਾਣ ਲਿਆ ਇਸ ਢੰਗ ਨਾਲ। ਹਾਂਜੀ। ਸਾਚਾ ਹਰਖ ਨਾਹੀ ਤਿਸ ਸੋਗ, ਸਾਚਾ ਹਰਖ ਨਾਹੀ ਤਿਸ ਸੋਗ, ਅੰਮ੍ਰਿਤ ਗਿਆਨ ਮਹਾਰਸ ਭੋਗ, ਪੰਚ ਸਮਾਈ ਸੁਖੀ ਸਭ ਲੋਗ, ਸਾਚਾ ਹਰਖ ਨਾਹੀ ਤਿਸ ਸੋਗ, ਕਿਉਂਕਿ ਉਹ ਸਚਿਆਰ ਜੀਵਨ ਵਾਲਾ ਹੈ, ਉਹਦੀ ਜਿਹੜੀ ਖੁਸ਼ੀ ਹੈ ਉਹ ਸੱਚੀ ਹੈ। ਸਾਚਾ ਹਰਖ ਨਾਹੀ ਤਿਸ ਸੋਗ, ਹੁਣ ਉਹਦੇ ਅੰਦਰ ਕੋਈ ਸੋਗ ਨਹੀਂ ਹੈ, ਹੁਣ ਅੰਦਰੋਂ ਮਨ ਡਿੱਗਿਆ ਹੋਇਆ ਨਹੀਂ, ਬੁਝਿਆ ਹੋਇਆ ਮਨ ਵਾਲਾ ਨਹੀਂ। ਅੰਮ੍ਰਿਤ ਗਿਆਨ ਮਹਾਰਸ ਭੋਗ, ਕਿਉਂਕਿ ਨਾਮ ਰੂਪੀ ਅੰਮ੍ਰਿਤ ਉਸ ਗਿਆਨ ਨੂੰ, ਉਸ ਰਸ ਨੂੰ, ਉਸ ਨਾਮ ਰਸ ਨੂੰ ਉਹ ਭੋਗਦਾ ਹੈ। ਇਹ ਗੱਲਾਂ ਆਪਾਂ ਕਰੀ ਜਾਂਦੇ ਆ, ਪੜ੍ਹੀ ਜਾਂਦੇ ਆ, ਸੁਣੀ ਜਾਂਦੇ ਆ, ਪਰ ਕਦੇ ਇਸ ਨਾਮ ਰਸ ਨੂੰ ਭੋਗਣ ਦੀ ਵੀ ਕੋਸ਼ਿਸ਼ ਕਰਿਓ। ਉਹਦਾ ਆਨੰਦ ਵੱਖਰਾ ਹੈ, ਕਿਉਂਕਿ ਉਸ ਆਨੰਦ ਨੂੰ ਜਾਣਨਾ ਹੀ ਤੇ ਸਾਡਾ ਅਸਲੀ ਮਕਸਦ ਹੈ। ਜਿਹੜਾ ਸਾਡਾ ਇੱਥੇ ਆਉਣਾ ਹੈ, ਉਹ ਸਾਡਾ ਮਕਸਦ ਇਹੀ ਹੈ ਕਿ ਅਸੀਂ ਉਸ ਆਨੰਦ ਨੂੰ ਪ੍ਰਾਪਤ ਕਰ ਸਕੀਏ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਸਾਨੂੰ ਜੋੜ ਰਹੇ ਨੇ ਉਹਦੇ ਨਾਲ। ਉਹ ਕਿਹੜੀ ਖੁਸ਼ੀ ਹੈ ਸੱਚੀ, ਕਿਉਂਕਿ ਸਚਿਆਰ ਬਣ ਕੇ ਹੀ ਸੱਚ ਨਾਲ ਜੁੜਿਆ ਜਾ ਸਕਦਾ ਹੈ। ਜਦ ਤੱਕ ਅਸੀਂ ਸਚਿਆਰ ਜੀਵਨ ਨਹੀਂ ਮਰ ਗਏ, ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁਕਮ ਰਜਾਈ, ਉਹਦੀ ਹੁਕਮ ਤੇ ਰਜਾ ਵਿੱਚ ਰਹਿ ਕੇ ਜਦੋਂ ਮਨੁੱਖ ਨੇ ਇਸ ਤਰ੍ਹਾਂ ਜੀਣਾ ਸਿੱਖਿਆ, ਤੇ ਮੈਂ ਕਹਿੰਦਾ ਉਹ ਸੱਚੇ ਗਿਆਨ ਨੂੰ, ਸੱਚੇ ਖੁਸ਼ੀ ਨੂੰ ਪ੍ਰਾਪਤ ਕਰ ਬੈਠਾ। ਕਿਉਂਕਿ ਦੁਨੀਆ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਥੋੜੇ ਸਮੇਂ ਦੀਆਂ ਨੇ, ਬਹੁਤੇ ਸਮੇਂ ਦੀਆਂ ਨਹੀਂ ਹਨ। ਇਸ ਕਰਕੇ ਉਹਨਾਂ ਅੰਦਰ ਸੋਗ ਪੈਦਾ ਹੁੰਦਾ ਹੀ ਨਹੀਂ। ਕਿਉਂ ਨਹੀਂ ਹੁੰਦਾ? ਕਿਉਂਕਿ ਉਹਨਾਂ ਨੇ ਉਹ ਖੁਸ਼ੀ ਪ੍ਰਾਪਤ ਕਰ ਲਈ ਕਿ ਦੁਨੀਆ ਦੇ ਸੋਗ, ਦੁਨੀਆ ਦੇ ਦੁੱਖ ਉਹਨਾਂ ਸਾਹਮਣੇ ਤੁਛ ਹੋ ਗਏ। ਅੰਮ੍ਰਿਤ ਗਿਆਨ ਮਹਾਰਸ ਭੋਗ, ਪੰਜ ਸਮਾਈ ਸੁਖੀ ਸਭ ਲੋਗ। ਕਹਿੰਦੇ ਜਿਹੜੇ ਕਾਮਦਾਇਕ, ਜਿਹੜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਸਾਨੂੰ ਪਹਿਲਾਂ ਦੁਖੀ ਕਰਦੇ ਸਨ, ਕਹਿੰਦੇ ਹੁਣ ਸਮਾ ਗਏ, ਹੁਣ ਖਤਮ ਹੋ ਗਏ। ਹੁਣ ਸਾਰੇ ਲੋਕ ਨੇ ਜਿਹੜੇ ਸੁਖੀ ਨੇ, ਕਿਹੜੇ ਲੋਕ ਨੇ? ਗਿਆਨ ਇੰਦਰੀ, ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਹੁਣ ਅੰਦਰ ਸਾਰਾ ਇੱਕ ਸੁੱਖ ਹੀ ਸੁੱਖ ਵਰਤ ਗਿਆ, ਹੁਣ ਅੰਦਰ ਦੁੱਖ ਵਾਲੀ ਗੱਲ ਹੀ ਨਾ ਰਹੀ ਕੋਈ। ਕਿਉਂ? ਕਿਉਂਕਿ ਮਨ ਨੇ ਉਹ ਭੋਜਨ ਨੂੰ ਖਾ ਲਿਆ ਜਿਹੜਾ ਕਿ ਗਿਆਨ ਰੂਪੀ ਭੋਜਨ ਹੈ, ਨਾਮ ਰੂਪੀ ਭੋਜਨ ਹੈ, ਰਸ ਹੈ। ਜਦੋਂ ਨਾਮ ਰਸ ਪ੍ਰਾਪਤ ਕੀਤਾ ਤਾਂ ਦੁਨੀਆ ਦੇ ਵਿਸਰ ਗਏ ਰਸ, ਔਰ ਦੁਨੀਆ ਦੇ ਰਸਾਂ ਨੂੰ ਵਿਸਾਰ ਬੈਠਾ, ਉਸ ਵਿੱਚ ਆਨੰਦ ਪ੍ਰਾਪਤ ਕਰ ਬੈਠਾ। ਇਹ ਪ੍ਰੇਮਾ ਭਗਤੀ ਦੀ ਮਹਾਰਾਜ ਗੱਲ ਕਰਦੇ ਪਏ ਨੇ ਇੱਥੇ।
ਹਾਂਜੀ। ਸਗਲੀ ਜੋਤ ਤੇਰਾ ਸਭ ਕੋਈ, ਆਪੇ ਜੋੜ ਵਿਛੋੜੇ ਸੋਈ, ਆਪੇ ਕਰਤਾ ਕਰੇ ਸੋ ਹੋਈ। ਹੁਣ ਪਾਤਸ਼ਾਹ ਕਹਿੰਦੇ ਕਿ ਸਗਲੀ ਜੋਤ ਤੇਰਾ ਸਭ ਕੋਈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਿਉਂਕਿ ਤੇਰੀ ਸ਼ਕਤੀ ਜਿਹੜੀ ਜੋਤ ਦਾ ਮਤਲਬ ਹੈ ਸ਼ਕਤੀ, ਇਹ ਆਤਮਾ ਸਾਰਿਆਂ ਵਿੱਚ ਤੂੰ ਵਸਦਾ ਪਿਆ, ਸਾਰੀ ਤੇਰੇ ਨੇ, ਅਸੀਂ ਕਿਹਨੂੰ ਕਹਿ ਦਈਏ। ਸਗਲੀ ਜੋਤ ਤੇਰਾ ਸਭ ਕੋਈ, ਆਪੇ ਜੋੜ ਵਿਛੋੜੇ ਸੋਈ। ਜੋੜਨ ਵਾਲਾ ਤੇ ਵਿਛੋੜਨ ਵਾਲਾ ਵੀ ਉਹ ਆਪ ਹੀ ਹੈ। ਇਹਦੇ ਵਿੱਚ ਮਨੁੱਖ ਦਾ ਜਾਂ ਸਾਡਾ ਕੋਈ ਹੱਥ ਨਹੀਂ, ਕਿਉਂਕਿ ਜੋੜਨਾ ਤੇ ਵਿਛੋੜਨਾ ਇਹ ਉਹਦੇ ਹੱਥ ਵਿੱਚ ਹੈ। ਉਹ ਕਦੋਂ ਸਾਨੂੰ ਜੋੜ ਦਿੰਦਾ ਹੈ, ਕਦੋਂ ਵਿਛੋੜ ਦਿੰਦਾ ਹੈ। ਜਿੱਥੇ ਜੋੜ ਹੈ ਉੱਥੇ ਵਿਛੋੜਾ ਵੀ ਹੈ। ਜਿਹੜਾ ਜੋੜ ਵਿਛੋੜ ਤੋਂ ਵੀ ਪਰਾਂ ਚਲਾ ਗਿਆ, ਉਹਦੇ ਵਿੱਚ ਜਾ ਸਮਾਇਆ, ਉਹ ਮੁੜ ਕੇ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਆਇਆ। ਦੋ ਚੀਜ਼ਾਂ ਆਉਂਦੀਆਂ ਨੇ ਜਦੋਂ ਅਸੀਂ ਇਹ ਬਾਣੀ ਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਕਿ ਜਿਹੜੇ ਤੇਰੇ ਪਿਆਰੇ ਨੇ, ਜਿਹੜੇ ਤੈਨੂੰ ਸਿਮਰਨ ਵਾਲੇ ਨੇ, ਉਹ ਤੇ ਤੇਰੇ ਕੋਲੋਂ ਮੁਕਤੀ ਵੀ ਨਹੀਂ ਮੰਗਦੇ। ਮੁਕਤ ਬਪਰੀ ਪੀ ਗਿਆਨੀਆਂ ਤਿਆਗ, ਕਹਿੰਦੇ ਸਾਨੂੰ ਮੁਕਤੀ ਨਹੀਂ ਚਾਹੀਦੀ। ਕਿਉਂ? ਜੋ ਆਨੰਦ ਤੇਰੀ ਉਡੀਕ ਵਿੱਚ ਹੈ, ਜੋ ਆਨੰਦ ਤੇਰੀਆਂ ਰਾਹਾਂ ਵਿੱਚ ਖਲੋਣ ਵਿੱਚ ਹੈ, ਜੋ ਆਨੰਦ ਤੇਰੀਆਂ ਰਾਹਾਂ ਵਿੱਚ ਅੱਖਾਂ ਵਿਛਾਉਣ ਵਿੱਚ ਹੈ, ਤੇਰੀ ਯਾਦ ਵਿੱਚ ਹੈ, ਮਿਲਾਪ ਵਿੱਚ ਕਿੱਥੇ ਹੈ? ਫਿਰ ਤੇ ਖਤਮ ਹੋ ਗਿਆ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਕਮਲਾਰੇ। ਕਿਉਂਕਿ ਇਹਨੂੰ ਵਿਰਲੇ ਵਿਰਲੇ ਸਮਝਦੇ ਨੇ। ਸਾਨੂੰ ਜੰਮਣਾ ਮਰਨਾ ਮਨਜ਼ੂਰ ਪਰ ਚੇਤੇ ਰਵੀਂ, ਸਾਨੂੰ ਖੁਸ਼ੀ ਗਮੀ ਮਨਜ਼ੂਰ ਪਰ ਚੇਤੇ ਰਵੀਂ, ਸਾਨੂੰ ਦੁੱਖ ਸੁੱਖ ਮਨਜ਼ੂਰ ਪਰ ਚੇਤੇ ਰਵੀਂ। ਜਦੋਂ ਇਸ ਅਵਸਥਾ ਤੇ ਬੰਦਾ ਪਹੁੰਚਿਆ, ਉਸ ਅਵਸਥਾ ਨੂੰ ਗੁਰੂ ਨਾਨਕ ਪਾਤਸ਼ਾਹ ਬਿਆਨ ਕਰਦੇ ਨੇ ਕਿ ਜੋੜ ਵਿਛੋੜੇ ਸੋਈ। ਉਹ ਆਪ ਹੀ ਜੋੜਦਾ ਹੈ, ਵਿਛੋੜਦਾ ਹੈ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਆਪੇ ਕਰਤਾ ਕਰੇ ਸੋ ਹੋਈ। ਕਿਉਂ? ਤੇ ਅਸੀਂ ਆਪਣੇ ਆਪ ਨੂੰ, ਉਹਨਾਂ ਲੋਕਾਂ ਨੇ, ਉਹਨਾਂ ਗੁਰਮੁਖ ਪਿਆਰਿਆਂ ਨੇ ਤੈਨੂੰ ਸਮਰਪਿਤ ਕਰ ਦਿੱਤਾ ਆਪਣੇ ਆਪ ਨੂੰ, ਕਿਉਂਕਿ ਕਰਨ ਵਾਲਾ ਤੂੰ ਆਪ ਹੀ ਹੈ। ਜੋ ਤੂੰ ਕਰਦਾ ਸੋ ਭਲਾ ਭਲਾ ਕਰਕੇ ਮੰਨਿਆ ਉਹਨਾਂ ਨੇ, ਸਤ ਸਤ ਕਰਕੇ ਮੰਨਿਆ ਤੇਰੀ ਕੀਤੀ ਨੂੰ। ਉਹ ਤੇਰੇ ਭਾਣੇ ਵਿੱਚ ਰਹਿੰਦੇ ਨੇ, ਜਿਹੜੇ ਤੇਰੇ ਨਾਲ ਪ੍ਰੇਮ ਕਰਦੇ ਨੇ। ਇੱਥੇ ਪ੍ਰੇਮਾ ਭਗਤੀ ਦੀ ਮਹਾਰਾਜ ਗੱਲ ਕਰਦੇ ਨੇ, ਕਿਉਂਕਿ ਜਿਹੜੇ ਤੇਰੇ ਨਾਲ ਪ੍ਰੇਮਾ ਭਗਤੀ ਵਿੱਚ ਨੇ, ਉਹਨਾਂ ਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ ਤੇਰੇ ਉੱਤੇ। ਹਾਂਜੀ। ਢਾਹੇ ਉਸਾਰੇ ਹੁਕਮ ਸੁਮਾਵੈ, ਢਾਹੇ ਉਸਾਰੇ ਹੁਕਮ ਸੁਮਾਵੈ, ਹੁਕਮੋਂ ਵਰਤੈ ਜੋ ਤਿਸ ਭਾਵੈ, ਹੁਕਮੋਂ ਵਰਤੈ ਜੋ ਤਿਸ ਭਾਵੈ, ਗੁਰ ਬਿਨ ਪੂਰਾ ਕੋਈ ਨਾ ਪਾਵੈ, ਪੂਰਾ ਕੋਈ ਨਾ ਪਾਵੈ। ਢਾਹੇ ਉਸਾਰੇ ਹੁਕਮ ਸਮਾਵੈ, ਢਾਉਂਦਾ ਹੈ, ਉਸਾਰ ਦਿੰਦਾ ਹੈ। ਇਹ ਕਿਹੜੀਆਂ ਚੀਜ਼ਾਂ ਨੇ ਢਾਉਂਦਾ ਹੈ? ਸਾਡਾ ਮਨ ਬੜਾ ਕੁਝ ਢਾਉਂਦਾ ਹੈ ਅੰਦਰੋਂ, ਫਿਰ ਉਸਾਰ ਲੈਂਦਾ ਹੈ। ਪਰ ਜਦੋਂ ਉਹ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਹੁਕਮ ਸਮਾਵੈ, ਜਦੋਂ ਤੇਰੇ ਹੁਕਮ ਹੁੰਦਾ ਹੈ, ਤੇਰੇ ਹੁਕਮ ਵਿੱਚ ਆਉਂਦਾ ਹੈ, ਉਦੋਂ ਫਿਰ ਤੂੰ ਆਪਣੇ ਵਿੱਚ ਸਮਾ ਲੈਣਾ ਇਹਨੂੰ। ਤੋਹੀ ਮੋਹੀ ਮੋਹੀ ਤੋਹੀ, ਜਿਹੜਾ ਅਵਸਥਾ ਹੈ ਨਾ, ਉਹ ਬਣ ਗਈ। ਸੋਹੰ ਅਵਸਥਾ ਤੇ ਜਾ ਪਹੁੰਚਿਆ ਮਨ ਕਿ ਜੋ ਤੂੰ ਹੈ ਉਹ ਮੈਂ ਹਾਂ। ਇਹ ਕਦੋਂ ਕਰਦਾ ਹੈ? ਕਿਉਂਕਿ ਜਦੋਂ ਹੁਕਮ ਨੂੰ ਮੰਨਿਆ। ਮਨ ਜਦੋਂ ਉਹਦੇ ਹੁਕਮ ਵਿੱਚ ਹੈ, ਉਹਦੇ ਹੁਕਮ ਨੂੰ ਜਾਣ ਲਿਆ, ਉਹਦੇ ਅੰਦਰ ਕੋਈ ਮਨ ਅੰਦਰ ਕਿੰਤੂ ਪਰੰਤੂ ਨਹੀਂ। ਕਿਉਂਕਿ ਜਿਹੜਾ ਪ੍ਰੇਮੀ ਹੈ, ਜਿਹੜਾ ਪ੍ਰੇਮ ਵਿੱਚ ਤੈਨੂੰ ਧਿਆਉਂਦਾ ਹੈ, ਸਿਮਰਦਾ ਹੈ, ਉਹਨੂੰ ਤੇ ਤੇਰੇ ਕੋਲੋਂ ਕੋਈ ਮੰਗ ਹੀ ਹੈ ਨਹੀਂ ਉਹਦੇ ਕੋਲੇ। ਤਾਂ ਉਹ ਤਾਂ ਕਹਿੰਦਾ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਉਹਨਾਂ ਦੇ ਮਨ ਦੀ ਭੁੱਖ ਤਾਂ ਹੀ ਲੈਂਦੀ ਜੇ ਤੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਤੂੰ ਆਪ ਹੀ ਕਿਰਪਾ ਕਰਕੇ ਇਹ ਸਾਰਾ ਕੁਝ ਢਾਉਂਦਾ ਹੈ, ਸਵਾਰਦਾ ਹੈ ਤੇ ਆਪਣੇ ਵਿੱਚ ਸਮਾ ਲੈਣਾ। ਹੁਕਮ ਵਰਤੈ ਜੋ ਤਿਸ ਭਾਵੈ, ਜੋ ਕੁਝ ਉਹਨੂੰ ਭਾਉਂਦਾ ਹੈ ਉਹਦੇ ਹੁਕਮ ਵਿੱਚ ਵਰਤਾਰਾ ਵਰਤਦਾ ਹੈ, ਉਹਦੇ ਵਰਤਾਰੇ ਵਿੱਚ ਉਹ ਰਹਿੰਦਾ ਹੈ, ਉਹ ਆਨੰਦ ਲੈਂਦਾ ਹੈ। ਬਸ ਗੁਰ ਬਿਨ ਪੂਰਾ ਕੋਈ ਨਾ ਪਾਵੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰੂ ਦੇ ਗਿਆਨ ਤੋਂ ਬਿਨਾ ਉਸ ਪੂਰੇ ਨੂੰ ਕੋਈ ਨਹੀਂ ਪਾ ਸਕਿਆ, ਕਿਉਂਕਿ ਉਹ ਤੇ ਪੂਰਾ ਭਰਿਆ ਪੂਰਾ ਇੱਕੋ ਹੀ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹਨੇ ਪੂਰੇ ਦੇ ਗੁਣਾਂ ਨੂੰ ਗਾਇਨ ਕੀਤਾ ਉਸ ਨੂੰ।
ਕਿਉਂਕਿ ਜੈਸਾ ਸੇਵੇ ਤੈਸਾ ਹੋਏ। ਜਦੋਂ ਅਸੀਂ ਜਿਹੋ ਜਿਹੇ ਨੂੰ ਸਿਮਰਦੇ ਹਾਂ ਉਹ ਜਿਹੇ ਹੋ ਜਾਂਦੇ ਹਾਂ। ਜਦੋਂ ਮਨ ਉਹਦੇ ਨਾਲ ਪ੍ਰੇਮਾ ਭਗਤੀ ਨਾਲ ਜੁੜਿਆ, ਪ੍ਰੇਮ ਕਰਕੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉੱਥੇ ਡਿਮਾਂਡ ਕੋਈ ਨਹੀਂ, ਉੱਥੇ ਮੰਗੀ ਕੋਈ ਨਹੀਂ ਅੰਦਰ। ਉਹ ਤੇ ਉਹਦੀ ਰਜ਼ਾ ਵਿੱਚ, ਹੁਕਮ ਵਿੱਚ, ਜੋ ਗੁਰੂ ਨੇ ਕਿਹਾ, ਜੋ ਗੁਰੂ ਦੱਸੇ ਮਾਰਗ ਦੇ ਅਨੁਸਾਰ ਉਹਨੇ ਆਪਣਾ ਜੀਵਨ ਜਿਉਇਆ। ਉਹ ਭਾਵੇਂ ਦੁੱਖ ਵਿੱਚ ਰਿਹਾ, ਭਾਵੇਂ ਸੁੱਖ ਵਿੱਚ ਰਿਹਾ, ਭਾਵੇਂ ਤਖਤ ਤੇ ਰਿਹਾ ਤੇ ਭਾਵੇਂ ਤਖਤ ਤੇ ਰਿਹਾ, ਉਹਨੂੰ ਇਹ ਚੀਜ਼ ਨਾਲ ਕੋਈ ਲੈਣਾ ਨਹੀਂ। ਕਿਉਂਕਿ ਪੰਚਮ ਪਾਤਸ਼ਾਹ ਨੇ ਚੀਜ਼ਾਂ ਕਰਕੇ ਵਿਖਾ ਦਿੱਤੀਆਂ, ਗੁਰਸਿੱਖਾਂ ਨੇ ਇਹ ਚੀਜ਼ਾਂ ਕਰਕੇ ਵਿਖਾਈਆਂ ਨੇ। ਇਤਿਹਾਸ ਸਾਡਾ ਭਰਿਆ ਪਿਆ। ਜਿਸ ਸਿਰ ਦੇ ਉੱਤੇ ਚੌਰ ਝੁਲਦਾ ਸੀ, ਜੋ ਤਖਤ ਤੇ ਬੈਠਦਾ ਸੀ, ਤੱਤੀ ਤਵੀ ਤੇ ਬੈਠਾ ਹੈ, ਸਿਰ ਤੇ ਗਰਮ ਰੇਤਾ ਪੈ ਰਿਹਾ, ਪਰ ਅੰਦਰੋਂ ਉਸ ਤਰ੍ਹਾਂ ਹੀ ਹੈ। ਅੰਦਰੋਂ ਕੋਈ ਗਿਲਾ ਸ਼ਿਕਵਾ ਨਹੀਂ, ਕਿਉਂਕਿ ਪ੍ਰੇਮ ਦੀ ਅਵਸਥਾ ਹੈ। ਤੇਰਾ ਕੀਆ ਮਿੱਠਾ ਲੱਗ। ਇਹ ਚੀਜ਼ਾਂ ਪ੍ਰੈਕਟੀਕਲੀ ਕਰਕੇ ਦਿਖਾ ਦੇਣੀਆਂ, ਉਹ ਸਾਡੇ ਵਾਸਤੇ ਇੱਕ ਚਾਨਣ ਮਨਾਰਾ ਨੇ। ਅਸੀਂ ਤੇ ਥੋੜਾ ਬਹੁਤਾ ਦੁੱਖ ਆਇਆ ਤੇ ਨਾਲ ਦੀ ਨਾਲ ਹੀ ਭੁੜਕ ਜਾਂਦੇ ਹਾਂ। ਤੇ ਮੈਂ ਕਹਿੰਦਾ ਜਿਹੜੇ ਪ੍ਰੇਮ ਦੀ ਅਵਸਥਾ 'ਚ ਨੇ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਤੇ ਉਹਦੀ ਰਜ਼ਾ ਵਿੱਚ ਤੇ ਹੁਕਮ ਵਿੱਚ ਰਹਿੰਦੇ ਨੇ। ਤੇ ਪਰ ਇਸ ਪੂਰੇ ਗਿਆਨ ਤੋਂ ਬਿਨਾ, ਇਸ ਅਵਸਥਾ ਨੂੰ ਗੁਰੂ ਤੋਂ ਬਿਨਾ ਕੋਈ ਪ੍ਰਾਪਤ ਨਹੀਂ ਕਰ ਸਕਦਾ। ਗੁਰ ਬਿਨ ਪੂਰਾ ਕੋਈ ਨਾ ਪਾਵੇ। ਗੁਰੂ ਤੋਂ ਬਿਨਾ ਉਸ ਪੂਰੇ ਨੂੰ ਕਹਿੰਦੇ ਕੋਈ ਨਹੀਂ ਪਾ ਸਕਿਆ। ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ, ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਉਹਦੇ ਯੋਗ ਨਹੀਂ ਹੋਇਆ ਜਾ ਸਕਦਾ। ਇਹ ਤੇ ਪ੍ਰੈਕਟੀਕਲੀ ਉਸ ਤਰ੍ਹਾਂ ਕਰਾਂਗੇ, ਉਹਨੂੰ ਤੁਰਾਂਗੇ, ਉਹ ਆਪ ਕਰਵਾ ਲੈਂਦਾ ਪਹਿਲੀ ਗੱਲ ਤੇ। ਕਿਉਂਕਿ ਬੰਦਾ ਆਪਣੇ ਆਪ ਨੂੰ ਅਸੀਂ ਤੇ ਸਮਰਪਿਤ ਕਰਨਾ ਕਿ ਸੱਚੇ ਪਾਤਸ਼ਾਹ ਅਸੀਂ ਆਪਣੇ ਆਪ ਨੂੰ ਤੁਹਾਡੇ ਸਮਰਪਿਤ ਕਰ ਦਿੱਤਾ, ਹੁਣ ਤੁਹਾਡਾ, ਤੁਸੀਂ ਸਾਨੂੰ ਚਾਹੇ ਬਾਹਰ ਰੱਖੋ ਚਾਹੇ ਅੰਦਰ ਰੱਖੋ, ਭੁੰਜੇ ਰੱਖੋ ਤੇ ਭਾਵੇਂ ਤਖਤ ਤੇ ਬਿਠਾ ਕੇ ਰੱਖੋ, ਦੁੱਖ ਵਿੱਚ ਰੱਖੋ ਚਾਹੇ ਸੁੱਖ ਵਿੱਚ ਰੱਖੋ, ਸਾਡਾ ਪ੍ਰੇਮ ਤੁਹਾਡੇ ਨਾਲ ਹੈ। ਪਰ ਸਾਡੀਆਂ ਅੱਖਾਂ ਸਿਰਫ ਤੇ ਤੇਰੇ ਦਰਸ਼ਨਾਂ ਤਰਸਦੀਆਂ ਨੇ। ਜਿਹਨੂੰ ਬਾਬਾ ਫਰੀਦ ਜੀ ਲਿਖਦੇ ਨੇ ਗੱਲ ਨੂੰ, ਕਿਉਂਕਿ ਗੱਲਾਂ ਡੂੰਘਾਈ ਤੱਕ ਜਾਂਦੀਆਂ ਨੇ। ਉੱਥੇ ਵੀ ਇਸ ਅਵਸਥਾ ਨੂੰ ਲਿਖਦੇ ਨੇ ਕਿ ਕਾਗਾਂ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਇ ਨੈਣਾ ਮਤ ਸ਼ਿਵ, ਫਿਰ ਦੇਖਣ ਕੀ ਹੈ। ਕਿਉਂਕਿ ਸਾਨੂੰ ਤੇ ਸਿਰਫ ਤੇਰੇ ਦਰਸ਼ਨਾਂ ਦੀ ਆਸ ਹੈ, ਹੋਰ ਕੁਝ ਵੀ ਨਹੀਂ ਚਾਹੀਦਾ। ਭਾਵੇਂ ਸਾਰਾ ਸਰੀਰ ਇਹਨਾਂ ਵਿਕਾਰਾਂ ਨੇ ਮੇਰਾ ਖਾ ਲਿਆ, ਸਰੀਰ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ, ਪਰ ਮੈਨੂੰ ਤੇ ਸਿਰਫ ਤੇਰੇ ਦਰਸ਼ਨਾਂ ਦੀ ਆਸ ਹੈ। ਇਸ ਕਰਕੇ ਮੇਰੇ ਗਿਆਨ ਦੀਆਂ ਅੱਖਾਂ ਨਾ ਖੋਲਿਓ ਕਿਤੇ, ਉਹ ਮੇਰੀਆਂ ਬਣੀਆਂ ਰਹਿਣ। ਹਾਂਜੀ। ਬਾਲਕ ਬਿਰਧ ਨਾ ਸੁਰਤ ਪੁਰਾਣ, ਪਰ ਜੋਵਨ ਬੂਢੈ ਅਭਿਮਾਨ, ਬਿਨ ਨਾਮੈ ਕਿਆ ਲਹਿਸ ਨਿਦਾਨ। ਗੁਰੂ ਨਾਨਕ ਪਾਤਸ਼ਾਹ ਇੱਕ ਨਿਹੋਰਾ ਮਾਰਦੇ ਨੇ ਮਨੁੱਖ ਨੂੰ, ਜੀਵ ਨੂੰ, ਕਿ ਬਾਲਕ ਬਿਰਧ ਨਾ ਸੁਰਤ ਪੁਰਾਣ। ਬਚਪਨ ਤੇ ਖੇਡਾਂ 'ਚ ਨਿਕਲ ਗਿਆ, ਕੋਈ ਸੁਰਤੀ ਨਹੀਂ ਸੀ, ਖਾ ਲਿਆ ਪੀ ਲਿਆ ਖੇਡ ਆਇਆ, ਬਸ ਇਸ ਤੋਂ ਵੱਧ ਕੁਝ ਨਹੀਂ। ਤੇ ਬੁਢਾਪੇ ਜਾ ਕੇ ਸੁਰਤੀ ਨਾ ਰਹੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਣੀ। ਫਿਰ ਤੇ ਹਾਏ ਨਿਕਲੇਗੀ, ਫਿਰ ਵਾਹਿਗੁਰੂ ਥੋੜੀ ਨਿਕਲੇਗਾ। ਕਿਉਂਕਿ ਬਹੁਤੇ ਲੋਕ ਇਹ ਗੱਲ ਨੂੰ ਮੰਨੀ ਬੈਠੇ ਨੇ, ਜਦੋਂ ਬੁੱਢੇ ਹੋਵਾਂਗੇ, ਵਿਹਲੇ ਜੀ ਹੋਵਾਂਗੇ, ਫਿਰ ਉਦੋਂ ਜਪ ਲਿਆ ਕਰਾਂਗੇ, ਅੰਤ ਕਾਲ ਨਾ ਸਿਮਰਿਆ ਜਾਏ। ਅੰਤ ਕਾਲ ਨਹੀਂ ਸਿਮਰਿਆ ਜਾਂਦਾ। ਫਿਰ ਤੇ ਉਤਰੇ ਜਵਾਬ ਦੇ ਜਾਣਗੇ ਕੀ ਰਾਮ ਰਾਮ ਕਰਨਾ ਜਾਂ ਰੱਬ ਰੱਬ ਕਰਨਾ ਹੀ ਸਿਮਰਨਾ ਹੈ? ਨਹੀਂ, ਸਿਮਰਨਾ ਸੀ ਕਿ ਜੋ ਜੀਵਨ ਦੀ ਜਾਂਚ ਇਹਨਾਂ ਅੱਖਾਂ ਦੁਆਰਾ, ਕੰਨਾਂ ਦੁਆਰਾ, ਹੱਥਾਂ ਦੁਆਰਾ, ਪੈਰਾਂ ਦੁਆਰਾ, ਸਰੀਰ ਦੁਆਰਾ ਸੰਸਾਰ ਵਿੱਚ ਪ੍ਰੈਕਟੀਕਲੀ ਆਪਣੇ ਜੀਵਨ ਨੂੰ ਜਿਉਣਾ ਸੀ। ਕਹਿੰਦੇ ਉਸ ਦੇ ਅੰਗ ਪੈਰ ਜਵਾਬ ਦੇ ਗਏ, ਉਦੋਂ ਤੇ ਅੰਗ ਪੈਰ ਜਵਾਬ ਦੇ ਗਏ ਸਾਰੇ, ਫਿਰ ਕੀ ਸਿਮਰਨਾ ਹੈ? ਤੇ ਦੂਜੇ ਪਾਸੇ ਮੈਂ ਕਹਿੰਦੇ ਪਰ ਜੋਬਨ ਬੂਢੈ ਅਭਿਮਾਨ, ਤੇ ਜਵਾਨੀ 'ਚ ਹੰਕਾਰ ਵਿੱਚ ਡੁੱਬਿਆ ਰਿਹਾ। ਉਦੋਂ ਤੇ ਬੰਦਾ ਰੱਬ ਨੂੰ ਟੱਪ ਦੱਸਦਾ ਕਿ ਆਈ ਜਵਾਨੀ ਚੱਲ ਮਸਤਾਨੀ, ਲੰਮੀਆਂ ਲਾਂਘਾਂ ਪੁੱਟਦੀ, ਗਿੱਟ ਗਿੱਟ ਪੈਰ ਜਿਵੇਂ ਤੋਂ ਉੱਚੇ ਤੇ ਮੋਢਿਆਂ ਉੱਤੋਂ ਦੀ ਥੁੱਕਦੀ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਪੜ੍ਹਦੇ ਹੁੰਦੇ ਸੀ। ਕਿਉਂਕਿ ਜਵਾਨੀ ਵਿੱਚ ਤਾਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ, ਉਹ ਕਹਿੰਦਾ ਵੀ ਨਾ ਇਹ ਤਾਂ ਉਮਰ ਹੈ ਜੀ ਖਾਣ ਪੀਣ ਦੀ, ਤੇ ਖਾਣ ਪੀਣ ਤੋਂ ਬਾਅਦ ਮੁੜ ਕੇ ਫਿਰ ਡਾਕਟਰ ਬੰਦ ਕਰ ਦਿੰਦੇ ਨੇ ਬੁਢਾਪੇ ਜਾ ਕੇ ਵੀ ਆਹ ਨਹੀਂ ਖਾਣਾ ਤੇ ਉਹ ਨਹੀਂ ਖਾਣਾ, ਕਿਉਂ ਸ਼ੂਗਰ ਹੋ ਗਈ, ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਹੋਰ ਬੜੀਆਂ ਬਿਮਾਰੀਆਂ ਆਉਣ ਲੱਗੀਆਂ। ਤੇ ਫਿਰ ਸਾਰਾ ਉਸ ਸਰੀਰ ਨੂੰ ਸੰਭਾਲਣ ਤੇ, ਉਹ ਸਰੀਰ ਨੂੰ ਸੰਭਾਲਣ ਦਾ ਰਿਹਾ ਤੇ ਨਾਮ ਵਾਲੇ ਪਾਸੇ ਤੁਰਿਆ ਹੀ ਨਾ। ਬਚਪਨ ਇੰਝ ਨਿਕਲ ਗਿਆ
ਤੇ ਜਵਾਨੀ ਹੰਕਾਰ ਵਿੱਚ ਨਿਕਲ ਗਈ, ਬੁਢਾਪਾ ਬਿਮਾਰੀਆਂ 'ਚ ਨਿਕਲ ਗਿਆ। ਬਿਨ ਨਾਮ ਹੈ ਕਿਆ ਲੈਸ ਨਿਦਾਨ। ਤੇ ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾ ਅਖੀਰ ਨੂੰ ਫਿਰ ਕੀ ਲਏਗਾ? ਨਿਦਾਨ ਅਖੀਰ ਨੂੰ, ਓੜਕ ਨੂੰ, ਨਿਦਾਨ ਸ਼ਬਦ ਜਿਹੜਾ ਹੈ ਓੜਕ ਨੂੰ, ਫਿਰ ਅਖੀਰ ਨੂੰ ਤੇਰੇ ਪੱਲੇ ਕੀ ਹੋਏਗਾ? ਕੁਝ ਵੀ ਨਹੀਂ। ਬਚਪਨ ਗਿਆ, ਜਵਾਨੀ ਗਈ, ਬੁਢਾਪਾ ਗਿਆ, ਕਹਿੰਦੇ ਫਿਰ ਬਾਕੀ ਕੀ ਰਹਿ ਗਿਆ? ਕੁਝ ਵੀ ਨਾ। ਅਖੀਰ ਨੂੰ ਤੇਰੇ ਕੋਲੇ ਕੀ ਹੋਏਗਾ? ਕੁਝ ਵੀ ਨਹੀਂ ਹੋਏ। ਮਹਾਰਾਜ ਨੇ ਸਵਾਲ ਖੜਾ ਕੀਤਾ ਕਿ ਮੂਰਖਾ ਐ ਪ੍ਰਾਣੀ, ਤੇਰੇ ਕੋਲੇ ਫਿਰ ਕੀ ਹੋਏਗਾ ਅਖੀਰ ਨੂੰ? ਹਾਂਜੀ। ਜਿਸ ਕਾ ਅਨ ਧਨ ਸਹਿਜ ਨਾ ਜਾਣਾ, ਧਰਮ ਭੁਲਾਨਾ ਫਿਰ ਪਛਤਾਨਾ, ਗਲ ਫਾਹੀ ਬੋਰਾ ਬੋਰਾਨਾ। ਜਿਸ ਕਾ ਅਨ ਧਨ ਸਹਿਜ ਨਾ ਜਾਣਾ। ਇਹ ਅੰਨ, ਇਹ ਧਨ ਕਹਿੰਦੇ ਉਸ ਆਤਮਿਕ ਬਿਰਤੀ ਦੁਆਰਾ ਉਹਨੂੰ ਜਾਣਿਆ ਨਹੀਂ ਸਹਿਜ ਨਾਲ ਵੀ ਹੈ ਕਿਹਦਾ ਸੀ, ਜਦ ਕਿ ਆਪਣਾ ਨਹੀਂ ਸੀ ਕੁਝ ਵੀ, ਪਰ ਉਹਨੂੰ ਕਬਜ਼ਾ ਕਰਦਾ ਰਿਹਾ ਵੀ ਧਨ ਵੀ ਮੇਰਾ ਹੈ, ਇਹ ਅੰਨ ਵੀ ਮੇਰਾ ਹੈ, ਇਹ ਘਰ ਵੀ ਮੇਰਾ ਹੈ। ਬਾਬਾ ਕਬੀਰ ਸਾਹਿਬ ਬਾਣੀ 'ਚ ਫਰਮਾਉਂਦੇ ਨੇ, ਲਾਜ ਨਾ ਮਰੋ ਕਹੋ ਘਰ ਮੇਰਾ। ਤੂੰ ਸ਼ਰਮ ਨਾਲ ਮਰਦਾ ਕਿਉਂ ਨਹੀਂ? ਤੂੰ ਕਹਿਣਾ ਕਿ ਘਰ ਮੇਰਾ ਹੈ। ਆਪਣਾ ਕਿੱਥੇ ਘਰ? ਇੱਥੇ ਕੋਈ ਵੀ ਨਹੀਂ, ਕਿਉਂਕਿ ਜੁੜਨਾ ਹੈ ਸੰਸਾਰ ਨਾਲ। ਕਿਰਤ ਕਰ, ਧੰਦੇ ਕਰਨ ਨੂੰ ਨਹੀਂ ਕਿਹਾ ਮਹਾਰਾਜ ਨੇ ਸਾਨੂੰ। ਇਹ ਜੀਵਨ ਦੀ ਜਾਂਚ ਨੂੰ ਸਮਝੇ ਨਹੀਂ ਅਸੀਂ ਮਹਾਰਾਜ ਜੀ ਨੂੰ। ਉਹ ਕਹਿੰਦੇ ਇੱਥੇ ਕਿਰਤ ਕਰ, ਨਾਮ ਜਪ, ਵੰਡ ਕੇ ਛਕ, ਪਰ ਤਿੰਨੇ ਹੀ ਭੁੱਲ ਗਏ। ਅਸੀਂ ਕਿਰਤ ਦੀ ਜਗ੍ਹਾ ਤੇ ਧੰਦੇ ਕਰਨ ਲੱਗ ਪਏ, ਨਾਮ ਦੀ ਜਗ੍ਹਾ ਤੇ ਪਖੰਡ ਕਰਨ ਲੱਗ ਪਏ, ਵੰਡ ਕੇ ਛਕਣ ਦੀ ਜਗ੍ਹਾ ਤੇ ਇਕੱਠਾ ਕਰਨਾ ਸ਼ੁਰੂ ਕਰ ਲਿਆ। ਉਲਟ ਹੋ ਗਿਆ ਕੰਮ, ਦੁਖੀ ਹੋ ਗਏ। ਜਿਸ ਕਾ ਅਨ ਧਨ ਸਹਿਜ ਨਾ ਜਾਣਾ, ਭਰਮ ਭੁਲਾਨਾ ਫਿਰ ਪਛਤਾਨਾ। ਕਹਿੰਦੇ ਭਰਮ ਵਿੱਚ ਪੈ ਗਿਆ ਕਿ ਮੇਰਾ, ਜਦੋਂ ਛੱਡਣਾ ਪਿਆ ਸਾਰਾ ਧਨ, ਕਹਿੰਦੇ ਫਿਰ ਪੱਲੇ ਪਛਤਾਵਾ। ਕਿਉਂਕਿ ਅਖੀਰ ਨੂੰ ਫਿਰ ਪਛਤਾਵਾ ਰਿਹਾ ਪੱਲੇ, ਕਿ ਜਿਨ੍ਹਾਂ ਦੀ ਖਾਤਰ ਮੈਂ ਕਰਦਾ ਰਿਹਾ ਉਹਨਾਂ ਨੇ ਕੱਢ ਕੇ ਬਾਹਰ ਮਾਰਿਆ। ਗਲ ਫਾਹੀ ਬੌਰਾ ਬੌਰਾਨਾ। ਇਸ ਕਰਕੇ ਗਲ ਵਿੱਚ ਫਾਈ ਪਾ ਬੈਠਾ ਵਿਕਾਰਾਂ ਦੀ, ਪਾਗਲ ਹੋਇਆ ਹੋਇਆ ਇਸ ਸੰਸਾਰ ਤੋਂ ਚਲਾ ਗਿਆ। ਇਸ ਤਰ੍ਹਾਂ ਕਹਿੰਦੇ ਬੌਰਾ ਹੋਇਆ ਹੋਇਆ, ਪਾਗਲ ਹੋਇਆ ਹੋਇਆ ਇਹਦੇ ਪਿੱਛੇ। ਹਾਂਜੀ। ਬੂੜਤ ਜਗ ਦੇਖਿਆ ਤੋ ਡਰ ਭਾਗੇ, ਸਤਿਗੁਰ ਰਾਖੇ ਸੇ ਬੜ ਭਾਗੇ, ਨਾਨਕ ਗੁਰ ਕੀ ਚਰਨੀ ਲਾਗੇ। ਹੁਣ ਮਹਾਰਾਜ ਨੇ ਸਾਨੂੰ ਪਿਕਚਰ ਦਿਖਾ ਦਿੱਤੀ, ਸਾਰੀ ਤਸਵੀਰ ਇਹ ਸੰਸਾਰ ਦੀ, ਕਿ ਸੰਸਾਰ ਇੰਜ ਡੁੱਬ ਰਿਹਾ ਭਾਈ। ਮੇਰੀ ਮੇਰੀ ਕਰਤੇ ਜਨਮ ਗਏ, ਪੂਰਾ ਜਨਮ ਐਂ ਹੀ ਗਵਾ ਬੈਠਾ ਬੰਦਾ। ਕਹਿੰਦੇ ਬੂੜਤ ਜਗ ਦੇਖਿਆ ਤਾਂ ਡਰ ਭਾਗੇ। ਜਦੋਂ ਵਿਖਿਆ ਕਿ ਮਨ ਅੰਦਰ ਡਰ ਪੈਦਾ ਹੋਇਆ, ਫਿਰ ਭੱਜ ਲੇ। ਕਿੱਧਰ ਨੂੰ ਭੱਜਿਆ ਬੰਦਾ? ਸਤਿਗੁਰ ਰਾਖੇ ਸੇ ਵਡ ਭਾਗੇ, ਨਾਨਕ ਗੁਰ ਕੀ ਚਰਨੀ ਲਾਗੇ। ਕਹਿੰਦੇ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ, ਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ। ਕਹਿੰਦੇ ਜਿਹੜੇ ਉਹਦੀ ਸ਼ਰਨ ਵਿੱਚ ਆ ਗਏ, ਸਤਿਗੁਰ ਰਾਖੇ, ਜਿਹੜੇ ਰੱਖ ਲਏ, ਸੇ ਵਡ ਭਾਗੇ, ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੀ ਸ਼ਰਨ ਵਿੱਚ ਰੱਖ ਲਿਆ, ਕਿਰਪਾ ਕੀਤੀ। ਤੇ ਮਗਨੇ ਭੱਜ ਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਪੈ ਗਏ। ਹੁਣ ਉਹ ਰਾਹ ਤੁਰ ਪਏ ਜੋ ਗੁਰੂ ਨੇ ਆਖਿਆ। ਉਸ ਗੁਰੂ ਦੇ ਰਾਹ ਤੇ ਚੱਲ ਕੇ ਸਾਨੂੰ ਸਮਝ ਆਈ ਕਿ ਇਹ ਹੀ ਅਸਲੀ ਰਸਤਾ ਸੀ ਸਾਡਾ ਜੀਵਨ ਦੀ ਜਾਂਚ ਦਾ। ਤੇ ਅਸੀਂ ਤੇ ਠੀਕਰੀਆਂ ਇਕੱਠੀਆਂ ਕਰਦੇ ਰਹੇ ਸਾਰੀ ਉਮਰ। ਇਸ ਜਵਾਨੀ 'ਚ, ਇਸ ਬਚਪਨ 'ਚ, ਇਸ ਬੁਢਾਪੇ 'ਚ ਕੁਝ ਵੀ ਨਾ ਖੱਟਿਆ। ਇਹ ਸਰੀਰ ਨਾਲ ਹੀ ਜੁੜੇ ਰਹੇ। ਇਹ ਸਰੀਰ ਹੀ ਸਾਡੇ ਕੋਲ ਠੀਕ ਨਾ ਆਇਆ। ਪਹਿਲਾਂ ਤੇ ਇਹਨੂੰ ਸੰਭਾਲਦੇ ਪਾਲਦੇ ਰਹੇ, ਫਿਰ ਇਹਨੂੰ ਸੰਭਾਲਦੇ ਰਹੇ, ਤੇ ਅਖੀਰ ਨੂੰ ਸੰਸਾਰ ਤੋਂ ਚਲੇ ਗਏ, ਪੱਲੇ ਕੁਝ ਵੀ ਨਾ ਰਿਹਾ। ਇਹ ਕੰਮ ਤੇ ਪਸ਼ੂ ਵੀ ਕਰ ਰਹੇ ਸੀ। ਕਹਿੰਦੇ ਉਹਨੂੰ ਵੇਖਿਆ ਕਿ ਸੰਸਾਰ ਤੇ ਡੁੱਬ ਰਿਹਾ ਇਸ ਚੀਜ਼ 'ਚ, ਉਦੋਂ ਭੱਜ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ। ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਕਿ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆ, ਸ਼ਰਨ ਵਿੱਚ ਆ ਕੇ ਪ੍ਰੇਮਾ ਭਗਤੀ ਦੁਆਰਾ, ਸਿਮਰਨ ਦੁਆਰਾ, ਨਾਮ ਨਾਲ ਜੁੜ ਕੇ ਜੋ ਗੁਰੂ ਕਹੈ ਸੋਈ ਭਲ ਮਾਨਿਓ, ਉਹਨੂੰ ਭਲਾ ਭਲਾ ਕਰਕੇ ਮੰਨ ਲੈ, ਤਾਂ ਤੇਰੇ ਜੀਵਨ ਦਾ ਪਾਰ ਉਤਾਰ ਹੈ, ਤਾਂ ਤੂੰ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਕੇ ਸੰਸਾਰ ਤੋਂ ਜਾ ਸਕਦਾ ਹੈ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਨਾਮ ਦੀ ਦਾਤ ਬਖਸ਼ਿਸ਼ ਕਰੇ। मेरे राम हम बार